ओम शांति। ਅੱਜ ਹੈ 7/6/2022 ਦੀ ਸਾਕਾਰ ਬਾਪ ਦਾਦਾ ਜੀ ਦੀ ਮੁਰਲੀ। ਅੱਜ ਬਾਪ ਦਾਦਾ ਜੀ ਨੇ ਆਖਿਆ, ਮਿੱਠੇ ਬੱਚੇ, ਰਾਤ ਦਿਨ ਇਸੀ ਚਿੰਤਨ ਵਿੱਚ ਰਹੋ ਕਿ ਸਭ ਨੂੰ ਬਾਪ ਜੀ ਦਾ ਪਰਿਚੈ ਕਿਵੇਂ ਦਈਏ। ਫਾਦਰ ਸ਼ੋਜ਼ ਸਨ, ਸਨ ਸ਼ੋਜ਼ ਫਾਦਰ। ਇਸ ਵਿੱਚ ਹੀ ਬੁੱਧੀ ਨੂੰ ਲਗਾਉਣਾ ਹੈ। ਪ੍ਰਸ਼ਨ ਹੈਗਾ, ਗਿਆਨ ਜਰਾ ਵੀ ਵਿਅਰਥ ਨਾ ਜਾਏ, ਉਸ ਦੇ ਲਈ ਕਿਸ ਗੱਲ ਦਾ ਬਹੁਤ ਧਿਆਨ ਰੱਖਣਾ ਪਵੇਗਾ? ਉੱਤਰ ਹੈਗਾ, ਗਿਆਨ ਧਨ ਦੇਣ ਦੇ ਲਈ ਪਹਿਲਾਂ ਵੇਖੋ ਕਿ ਇਹ ਸਾਡੇ ਕੁਲ ਦਾ ਹੈ ਜਾਂ ਨਹੀਂ। ਜੋ ਸ਼ਿਵ ਬਾਬਾ ਦੇ ਅਥਵਾ ਦੇਵੀ ਦੇਵਤਾਵਾਂ ਦੇ ਭਗਤ ਹੋਣਗੇ, ਕੋਸ਼ਿਸ਼ ਕਰਕੇ ਉਹਨਾਂ ਨੂੰ ਹੀ ਗਿਆਨ ਧਨ ਦਿਓ। ਇਹ ਗਿਆਨ ਸਭ ਨੂੰ ਨਹੀਂ ਸਮਝ ਆਵੇਗਾ। ਸਮਝ ਉਹਨਾਂ ਨੂੰ ਹੀ ਆਵੇਗਾ ਜਿਹੜੇ ਸ਼ੂਦਰ ਤੋਂ ਬ੍ਰਾਹਮਣ ਬਣਨ ਵਾਲੇ ਹੋਣਗੇ। ਤੁਸੀਂ ਕੋਸ਼ਿਸ਼ ਕਰੋ, ਇੱਕ ਗੱਲ ਸਭ ਨੂੰ ਸੁਣਾਓ ਕਿ ਸਰਵ ਦਾ ਸਦਗਤੀ ਦਾਤਾ ਇੱਕ ਬਾਪ ਹੀ ਸਨ। ਉਹ ਆਖਦੇ ਸਨ ਕਿ ਤੁਹਾਨੂੰ ਅਸ਼ਰੀਰੀ ਬਣ ਕੇ ਮੈਨੂੰ ਯਾਦ ਕਰਨਾ ਪਵੇ ਤਾਂ ਤੁਹਾਡਾ ਬੇੜਾ ਪਾਰ ਹੋ ਜਾਵੇਗਾ। ਗੀਤ ਹੈਗਾ ਅੱਜ ਦਾ, ਓਮ ਨਮੋ ਸ਼ਿਵਾਏ। ਓਮ ਸ਼ਾਂਤੀ। ਬਾਪ ਬਹਿ ਬੱਚਿਆਂ ਨੂੰ ਸਮਝਾਉਂਦੇ ਸਨ। ਦੋਵੇਂ ਬਾਪ ਆ ਗਏ ਸਨ। ਚਾਹੇ ਉਹ ਬਾਪ ਸਮਝਾਵਣ, ਚਾਹੇ ਇਹ ਬਾਪ ਸਮਝਾਵਣ, ਤਾਂ ਬਾਪ ਬਹਿ ਸਮਝਾਉਂਦੇ ਸਨ। ਤੁਸੀਂ ਜੋ ਵੀ ਬਾਪ ਜੀ ਨੂੰ ਯਾਦ ਕਰਦੇ ਹੋ, ਯਾਦ ਵਿੱਚ ਸ਼ਾਂਤੀ ਵਿੱਚ ਬਹਿੰਦੇ ਹੋ, ਇਸ ਨੂੰ ਹੀ ਸੱਚੀ ਸ਼ਾਂਤੀ ਆਖਿਆ ਜਾਂਦਾ ਏ। ਇਹ ਸਣ ਪ੍ਰਤੱਖ ਫਲ ਦੇਣ ਵਾਲੀ ਰੀਅਲ ਸ਼ਾਂਤੀ। ਉਹ ਸਣ ਝੂਠੀ। ਆਪਣੇ ਸਵਧਰਮ ਦਾ ਪਤਾ ਹੀ ਕੋਈ ਨਹੀਂ। ਸਵ ਨੂੰ ਆਪਣੇ ਪਰਮ ਪਿਤਾ ਪਰਮਾਤਮਾ ਦਾ ਪਤਾ ਨਾ ਹੋਣ ਕਾਰਨ ਸ਼ਾਂਤੀ ਸ਼ਕਤੀ ਆਦਿ ਮੰਗਦੇ ਰਹਿੰਦੇ ਨੇ। ਸ਼ਾਂਤੀ ਦਾਤਾ ਬਾਪ ਹੀ ਸਨ। ਜੋ ਬਾਪ ਆਖਦੇ ਸਨ, ਬੱਚੇ ਅਸ਼ਰੀਰੀ ਹੋ, ਆਪਣੇ ਨੂੰ ਆਤਮਾ ਸਮਝ ਬੈਠੋ। ਤੁਸੀਂ ਹੋ ਅਵਿਨਾਸ਼ੀ, ਆਪਣੇ ਸਵਧਰਮ ਵਿੱਚ ਬੈਠੇ ਹੋ, ਕੋਈ ਐਵੇਂ ਨਹੀਂ ਬਹਿੰਦੇ। ਬਰੋਬਰ ਆਤਮਾ ਹੀ ਇੱਕ ਸਰੀਰ ਛੱਡ ਕੇ ਦੂਜਾ ਲੈਣੀ ਏ। ਪਰਮ ਪਿਤਾ ਪਰਮਾਤਮਾ ਤਾਂ ਇੱਕ ਹੀ ਸਨ। ਉਹਨਾਂ ਦੀ ਮਹਿਮਾ ਵੱਡੀ ਭਾਰੀ ਸਨ। ਉਹ ਬਾਪ ਵੀ ਸਨ, ਸਰਵਵਿਆਪੀ ਨਹੀਂ ਸਨ। ਇੱਕ ਗੱਲ ਸਿੱਧ ਕਰਕੇ ਸਾਰਿਆਂ ਨੂੰ ਦੱਸਣੀ ਏ। ਫਿਰ ਗੀਤਾ ਦਾ ਭਗਵਾਨ ਵੀ ਸਿੱਧ ਕਰਕੇ ਦੱਸਣਾ ਏ ਕਿ ਉਹ ਭਗਵਾਨ ਸਰਵਵਿਆਪੀ ਨਹੀਂ ਸਨ। ਪੁਆਇੰਟ ਤਾਂ ਸਭ ਨੂੰ ਬਹੁਤ ਮਿਲਦੀਆਂ ਰਹਿੰਦੀਆਂ ਨੇ। ਸਿੱਖ ਲੋਕ ਵੀ ਆਖਦੇ ਸਨ, ਸਤਿਗੁਰੂ ਸ਼੍ਰੀ ਅਕਾਲ। ਉਹੀਓ ਅਕਾਲ ਮੂਰਤ ਸਨ। ਆਖਦੇ ਵੀ ਸਨ ਉਹ ਲਿਬਰੇਟਰ, ਸਰਵ ਦਾ ਸਦਗਤੀ ਦਾਤਾ ਵੀ ਸਨ। ਦੁੱਖਾਂ ਤੋਂ ਆ ਕੇ ਸਾਨੂੰ ਲਿਬਰੇਟ ਕਰਦੇ ਸਨ। ਪਤਿਤ ਪਾਵਨ ਵੀ ਇੱਕ ਹੀ ਬਾਪ ਸਨ। ਐਵੇਂ ਦੀ ਪੁਆਇੰਟ ਹਮੇਸ਼ਾ ਵਿਚਾਰ ਸਾਗਰ ਮੰਥਨ ਕਰਨੀਆਂ ਚਾਹੀਦੀਆਂ ਨੇ। ਬਾਪ ਨੂੰ ਭੁੱਲਣ ਕਾਰਨ ਹੀ ਸਭ ਦੀ ਦੁਰਗਤੀ ਹੋਈ ਏ। ਭਗਵਾਨ ਇੱਕ ਸਨ ਤਾਂ ਦੂਜਾ ਕੋਈ ਨੂੰ ਭਗਵਾਨ ਕਹਿ ਨਹੀਂ ਸਕਦੇ। ਸੂਖਸ਼ਮ ਵਤਨ ਵਾਸੀਆਂ ਨੂੰ ਵੀ ਭਗਵਾਨ ਕਹਿ ਨਾ ਸਕਣ। ਉੱਚੇ ਤੇ ਉੱਚਾ ਇੱਕ ਭਗਵਾਨ ਹਨ। ਇੱਥੇ ਆਂਦੇ ਸਨ ਮਨੁੱਖ ਸ੍ਰਿਸ਼ਟੀ ਜਿਹੜੀ ਪੁਨਰ ਜਨਮ ਵਿੱਚ ਆਂਦੀ ਏ। ਪਰਮ ਪਿਤਾ ਪਰਮਾਤਮਾ ਤਾਂ ਪੁਨਰ ਜਨਮ ਵਿੱਚ ਨਹੀਂ ਆਂਦੇ। ਫਿਰ ਕਿਵੇਂ ਆਂਦੇ ਸਨ? ਆਖਦੇ ਸਨ, ਮੈਂ ਕੁੱਤੇ ਬਿੱਲੀ ਵਿੱਚ ਨਹੀਂ ਆਂਦਾ। ਸਭ ਨੂੰ ਪਰਮਾਤਮਾ ਆਖਣਾ ਇਹ ਰੋਂਗ ਸਨ। ਸਾਰਾ ਦਿਨ ਇਹ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ ਕਿ ਅਸੀਂ ਬਾਪ ਜੀ ਦਾ ਪਰਿਚੈ ਸਾਰਿਆਂ ਨੂੰ ਕਿਵੇਂ ਦਈਏ। ਬਾਪ ਦੇ ਪਰਿਚੈ ਬਗੈਰ ਅੱਗੇ ਨਹੀਂ ਵਧਣਾ ਚਾਹੀਦਾ। ਹੁਣ ਰਾਤ ਦਿਨ ਤੁਸੀਂ ਇਸੀ ਚਿੰਤਨ ਵਿੱਚ ਰਹੋ ਕਿ ਕਿਵੇਂ ਅਸੀਂ ਸਾਰਿਆਂ ਨੂੰ ਰਾਸਤਾ ਦੱਸੀਏ। ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਤਾਂ ਇੱਕ ਹੀ ਸਨ। ਫਿਰ ਗੀਤਾ ਦਾ ਭਗਵਾਨ ਵੀ ਸਿੱਧ ਹੋ ਜਾਵੇਗਾ। ਤੁਸੀਂ ਬੱਚਿਆਂ ਨੂੰ ਹੀ ਮਾਇਆ ਤੇ ਜਿੱਤ ਪਾਣੀ ਏ, ਸੋ ਉਹਦੇ ਲਈ ਮਿਹਨਤ ਵੀ ਜ਼ਰੂਰ ਕਰਨੀ ਪਵੇਗੀ। ਮਹਾਰਥੀ ਘੋੜੇ ਸਵਾਰ ਪਿਆਦੇ ਤਾਂ ਸਨ। ਤੁਸੀਂ ਬੱਚੇ ਜਾਣਦੇ ਹੋ ਭਾਰਤ ਨੂੰ ਹੀ।
ਬਾਪ ਤੋਂ ਵਰਸਾ ਮਿਲਿਆ ਸੀ, ਹੁਣ ਛਿਨਿਆ ਗਿਆ ਏ। ਫਿਰ ਬਾਪ ਆਂਦੇ ਸਨ, ਬਾਪ ਆਂਦੇ ਹੀ ਭਾਰਤ ਵਿੱਚ ਸਨ। ਇਹ ਜਿੰਨੇ ਵੀ ਇੰਨੇ ਧਰਮ ਸਨ ਉਹ ਸਭ ਖਤਮ ਹੋ ਜਾਣ ਵਾਲੇ ਸਨ। ਫਿਰ ਸਤਯੁਗ ਹੋਵੇਗਾ। ਹਾਏ ਹਾਏ ਤੋਂ ਬਾਅਦ ਹੀ ਜੈ ਜੈਕਾਰ ਹੋਵੇਗੀ। ਮਨੁੱਖ ਦੁੱਖ ਦੇ ਸਮਾਂ ਹਾਏ ਰਾਮ ਆਖਦੇ ਸਨ, ਆਖਦੇ ਸਨ ਰਾਮ ਨਾਮ ਦਾ ਦਾਨ ਕਰੋ। ਇਸ ਉੱਤੇ ਸ਼ਲੋਕ ਵੀ ਬਣਾਏ ਹੋਏ ਸਨ। ਸਿੱਖ ਲੋਕਾਂ ਦਾ ਨਾਮ ਬਹੁਤ ਸਨ। ਉਹ ਵੀ ਆਖਦੇ ਸਨ ਅਕਾਲ ਮੂਰਤ। ਤੁਸੀਂ ਬੱਚਿਆਂ ਦਾ ਤਖਤ ਕਿਹੜਾ ਹੈਗਾ? ਤੁਸੀਂ ਆਤਮਾਵਾਂ ਸਾਰੀਆਂ ਅਕਾਲ ਮੂਰਤ ਸਨ। ਤੁਹਾਨੂੰ ਵੀ ਕਾਲ ਕਦੇ ਖਾ ਨਹੀਂ ਸਕਦਾ। ਇਹ ਸਰੀਰ ਤੇ ਸਾਰਿਆਂ ਦੇ ਖਤਮ ਹੋ ਜਾਣ ਵਾਲੇ ਨੇ। ਉਹ ਸਮਝਦੇ ਸਨ ਅਕਾਲ ਤਖਤ ਤਾਂ ਅੰਮ੍ਰਿਤਸਰ ਵਿੱਚ ਹੀ ਹੈਗਾ, ਪਰੰਤੂ ਮੁੱਖ ਅਕਾਲ ਤਖਤ ਹੈਗਾ ਮਹਾਤਤਵ। ਅਸੀਂ ਸਾਰੀਆਂ ਆਤਮਾਵਾਂ ਉੱਥੇ ਜਾ ਕੇ ਰਹਿੰਦੀਆਂ ਹਾਂ। ਗਾਉਂਦੇ ਵੀ ਸਨ, ਬਾਬਾ ਆਪ ਆਪਣਾ ਤਖਤ ਛੱਡ ਕੇ ਇੱਥੇ ਆ ਜਾਓ। ਉਹ ਸਰਵ ਦੇ ਲਈ ਸ਼ਾਂਤੀ ਦਾ ਤਖਤ ਏ। ਰਾਜ ਤਖਤ ਕੋਈ ਸਾਰਿਆਂ ਨੂੰ ਨਹੀਂ ਮਿਲੇਗਾ। ਬਾਬਾ ਦਾ ਤਖਤ 200 ਸਾਡਾ ਤਖਤ। ਉੱਥੇ ਅਸੀਂ ਉੱਥੋਂ ਤੋਂ ਇੱਥੇ ਅਸੀਂ ਪਾਠ ਬਜਾਉਣ ਦੇ ਲਈ ਆਉਂਦੇ ਹਾਂ। ਬਾਕੀ ਆਕਾਸ਼ ਛੱਡਣ ਦੀ ਗੱਲ ਨਹੀਂ ਹੈਗੀ। ਬੱਚਿਆਂ ਨੂੰ ਇਸ ਵਿੱਚ ਬੁੱਧੀ ਲਗਾਉਣੀ ਚਾਹੀਦੀ ਏ ਕਿ ਬਾਪ ਦਾ ਪਰਿਚੈ ਅਸੀਂ ਸਾਰਿਆਂ ਨੂੰ ਕਿਵੇਂ ਦਈਏ। ਫਾਦਰ ਸ਼ੋਜ਼ ਸਨ, ਸਨ ਸ਼ੋਜ਼ ਫਾਦਰ ਕਰਨਾ ਹੈ। ਸਾਡਾ ਬਾਪ ਕਿਹੜਾ ਹੈ? ਉਹਨਾਂ ਤੋਂ ਕਿਹੜੀ ਮਲਕੀਅਤ ਮਿਲਦੀ ਏ ਜਿਸ ਦਾ ਮਾਲਿਕ ਅਸੀਂ ਬਣਾਂਗੇ। ਇਹ ਸਾਰੀਆਂ ਗੱਲਾਂ ਬੁੱਧੀ ਵਿੱਚ ਰਹਿਣ। ਮੁੱਖ ਸਨ ਬਾਪ ਜੀ ਦਾ ਪਰਿਚੈ ਦੇਣਾ। ਸਾਰਾ ਰੋਲਾ ਹੀ ਇਸੀ ਗੱਲ ਦਾ ਹੈ। ਇੱਕ ਜ ਭੂਲ ਦਾ ਨਾਟਕ ਹੈ। ਭੂਲ ਕਰਾਉਣ ਵਾਲਾ ਰਾਵਣ ਸਨ। ਸਤਯੁਗ ਵਿੱਚ ਤੁਸੀਂ ਦੇਹੀ ਅਭਿਮਾਨੀ ਰਹਿੰਦੇ ਹੋ। ਅਸੀਂ ਆਤਮਾ ਹਾਂ। ਬਾਕੀ ਇਹ ਨਹੀਂ ਆਖਾਂਗੇ ਕਿ ਅਸੀਂ ਪਰਮ ਪਿਤਾ ਪਰਮਾਤਮਾ ਨੂੰ ਜਾਣਦੇ ਹਾਂ। ਨਹੀਂ, ਉੱਥੇ ਤਾਂ ਸੁੱਖ ਹੀ ਸੁੱਖ ਸਨ। ਦੁੱਖ ਵਿੱਚ ਹੀ ਸਾਰੇ ਸਿਮਰਨ ਕਰਦੇ ਸਨ। ਆਖਦੇ ਵੀ ਸਨ, ਦੁੱਖ ਵਿੱਚ ਸਿਮਰਨ ਸਭ ਕਰੇ, ਸੁੱਖ ਵਿੱਚ ਸਿਮਰਨ ਕੋਈ ਨਾ ਕਰੇ। ਭਗਤੀ ਮਾਰਗ ਪੂਰਾ ਹੋ ਗਿਆ, ਗਿਆਨ ਮਾਰਗ ਫਿਰ ਸ਼ੁਰੂ ਹੁੰਦਾ ਏ। ਵਰਸਾ ਮਿਲ ਗਿਆ, ਫਿਰ ਭਗਵਾਨ ਨੂੰ ਕਿਉਂ ਯਾਦ ਕਰਾਂਗੇ? ਕਲਪ ਕਲਪ ਵਰਸਾ ਮਿਲਦਾ। ਇਹ ਡਰਾਮਾ ਵੀ ਇਹੋ ਜਿਹਾ ਬਣਿਆ ਹੋਇਆ ਹੈ। ਬਾਪ ਨੂੰ ਕੋਈ ਵੀ ਜਾਣਦੇ ਨਹੀਂ। ਹੁਣ ਤੁਸੀਂ ਬੱਚਿਆਂ ਨੂੰ ਬਾਪ ਨੇ ਪਹਿਚਾਨ ਦਿੱਤੀ ਏ। ਰਾਤ ਦਿਨ ਬੁੱਧੀ ਵਿੱਚ ਇਹੀਓ ਗੱਲਾਂ ਲੱਗੀ ਰਹਿਣੀ ਚਾਹੀਦੀਆਂ ਨੇ। ਇਹ ਬੁੱਧੀ ਦੇ ਲਈ ਭੋਜਨ ਹੈ। ਕਿਵੇਂ ਅਸੀਂ ਬਾਪ ਜੀ ਦਾ ਪਰਿਚੈ ਸਾਰਿਆਂ ਨੂੰ ਦਈਏ। ਤੁਸੀਂ ਜਾਣਦੇ ਹੋ ਉਹ ਬਾਪ ਉੱਚੇ ਤੇ ਉੱਚਾ ਸਨ। ਉਹੀ ਉਹ ਭਾਰਤ ਨੂੰ ਸਵਰਗ ਦਾ ਵਰਸਾ ਦੇਣ ਵਾਲੇ ਸਨ। ਨਰਕ ਤੋਂ ਬਾਅਦ ਆਂਦਾ ਏ ਸਵਰਗ। ਨਰਕ ਦੇ ਵਿਨਾਸ਼ ਦੇ ਲਈ ਹੀ ਜਵਾਲਾ ਖੜੀ ਏ। ਹੋਲਿਕਾ ਵਿੱਚ ਸਮਾਂਗ ਬਣਾਉਂਦੇ ਸਨ। ਫਿਰ ਪੁੱਛਦੇ ਸਨ, ਸਵਾਮੀ ਜੀ ਇਹਨਾਂ ਦੇ ਪੇਟ ਵਿੱਚੋਂ ਕੀ ਨਿਕਲੇਗਾ? ਬਰੋਬਰ ਵਿਖਾਉਂਦੇ ਸਨ ਯੂਰੋਪ ਵਾਸੀ ਯਾਦਵਾਂ ਦੀ ਬੁੱਧੀ ਤੋਂ ਸਾਇੰਸ ਦੀ ਕਿੰਨੀਆਂ ਇਨਵੈਂਸ਼ਨਾਂ ਨਿਕਲੀਆਂ। ਤੁਸੀਂ ਕੋਸ਼ਿਸ਼ ਕਰਕੇ ਇੱਕ ਹੀ ਗੱਲ ਤੇ ਸਭ ਨੂੰ ਸਮਝਾਉਣਾ ਏ ਕਿ ਸਰਵ ਦਾ ਸਦਗਤੀ ਦਾਤਾ ਇੱਕ ਹੀ ਸਨ। ਬਾਪ ਆਂਦੇ ਹੀ ਭਾਰਤ ਵਿੱਚ ਸਨ ਤਾਂ ਇਹ ਸਭ ਤੋਂ ਵੱਡਾ ਤੀਰਥ ਹੋ ਗਿਆ। ਆਖਦੇ ਵੀ ਸਨ ਪ੍ਰਾਚੀਨ ਭਾਰਤ ਸੀ, ਪਰੰਤੂ ਸਮਝਦੇ ਕੁਝ ਵੀ ਨਹੀਂ। ਹੁਣ ਤੁਸੀਂ ਸਮਝਦੇ ਹੋ ਜਿਹੜਾ ਪ੍ਰਾਚੀਨ ਹੋਇਆ ਸੋ ਫਿਰ ਹੋਵੇਗਾ। ਤੁਸੀਂ ਹੀ ਰਾਜਯੋਗ ਸਿੱਖਦੇ ਹੋ, ਫਿਰ ਵਹੀਓ ਫਿਰ ਸਿੱਖਣਗੇ। ਬੁੱਧੀ ਵਿੱਚ ਇਹ ਨੌਲੇਜ ਹੈਗੀ। ਇਹ ਨੌਲੇਜ ਤੁਹਾਨੂੰ ਕਲਪ ਕਲਪ ਮਿਲਦੀ ਏ। ਸ਼ਿਵ ਦੇ ਅਨੇਕ ਨਾਮ ਰੱਖੇ ਹੋਏ ਸਨ। ਬਬੁਲਨਾਥ ਦਾ ਵੀ ਮੰਦਿਰ ਏ। ਕੰਡਿਆਂ ਤੋਂ ਆ ਕੇ ਫੁੱਲ ਬਣਾਉਂਦੇ ਸਨ, ਇਸ ਲਈ ਬਬੁਲਨਾਥ ਆਖਦੇ ਸਨ। ਬਹੁਤ ਨਾਮ ਰੱਖ ਦਿੱਤੇ ਨੇ ਜਿਨ੍ਹਾਂ ਦਾ ਅਰਥ ਤੁਸੀਂ ਸਮਝ ਸਕਦੇ ਹੋ। ਤਾਂ ਪਹਿਲਾਂ ਸਭ ਨੂੰ ਬਾਪ ਜੀ ਦਾ ਪਰਿਚੈ ਦੇਣਾ ਏ, ਜਿਸ ਤੋਂ ਸਾਰਿਆਂ ਨੇ ਭੁੱਲਣਾ ਸ਼ੁਰੂ ਕੀਤੀਆਂ ਨੇ। ਪਹਿਲਾਂ ਬਾਪ ਨੂੰ ਜਾਣਨ ਤਾਂ ਹੀ ਤਾਂ ਉਹਨਾਂ ਨਾਲ ਬੁੱਧੀ ਦਾ ਯੋਗ ਲੱਗੇ, ਤਾਂ ਹੀ ਬਾਪ ਤੋਂ ਵਰਸਾ ਮਿਲੇ। ਮੁਕਤੀ ਧਾਮ ਤੋਂ ਫਿਰ ਅਸੀਂ ਜੀਵਨ ਮੁਕਤੀ ਧਾਮ ਵਿੱਚ ਆਣਾ ਏ। ਇਹ ਸਨ ਪਤਿਤ ਜੀਵਨ ਬੰਦ।
ਬਾਪ ਆਖਦੇ ਸਨ, ਬੱਚੇ ਅਸ਼ਰੀਰੀ ਬਣੋ, ਅਸ਼ਰੀਰੀ ਬਣ ਕੇ ਬਾਪ ਜੀ ਨੂੰ ਯਾਦ ਕਰਦੇ ਰਹੋ, ਐਸੋ ਹੀ ਤੁਹਾਡਾ ਬੇੜਾ ਪਾਰ ਹੋਵੇਗਾ। ਸਾਰੀਆਂ ਆਤਮਾਵਾਂ ਦੇ ਬਾਪ ਇੱਕ ਹੀ ਸਨ ਔਰ ਬਾਪ ਦਾ ਫਰਮਾਨ ਹੈਗਾ, ਮੈਨੂੰ ਯਾਦ ਕਰੋ ਤਾਂ ਤੁਹਾਡੇ ਯੋਗ ਨਾਲ ਵਿਕਰਮ ਵਿਨਾਸ਼ ਹੋ ਜਾਣਗੇ, ਪਰੰਤੂ ਜਲਦੀ ਤੇ ਹੋ ਨਹੀਂ ਸਕਦੇ। ਉੱਚ ਪਦ ਪਾਉਣ ਦੇ ਲਈ ਯਾਦ ਤਾਂ ਕਰਨਾ ਪਵੇਗਾ। ਅਸੀਂ ਇੱਕ ਬਾਪ ਦੇ ਬੱਚੇ ਹਾਂ। ਹੁਣ ਬਾਪ ਆਖਦੇ ਸਨ, ਮਨ ਮਨਾ ਭਵ। ਕ੍ਰਿਸ਼ਨ ਥੋੜੇ ਹੀ ਆਖਣਗੇ। ਕ੍ਰਿਸ਼ਨ ਕਿੱਥੇ ਸਨ? ਇਹ ਤਾਂ ਬਾਪ ਸਨ, ਪਰਮ ਪਿਤਾ ਪਰਮਾਤਮਾ। ਪ੍ਰਜਾਪਿਤਾ ਬ੍ਰਹਮਾ ਦੇ ਤਨ ਵਿੱਚ ਆਏ ਸਨ। ਉਹਨਾਂ ਦੁਆਰਾ ਨਵੀਂ ਦੁਨੀਆ ਦੀ ਸਥਾਪਨਾ ਕਰਦੇ ਸਨ। ਤਾਂ ਜ਼ਰੂਰ ਇੱਥੇ ਹੋਣਾ ਚਾਹੀਦਾ ਹੈ। ਇਹ ਹੈਗੀ ਵਿਅਕਤ ਪਤਿਤ ਦੁਨੀਆ, ਉਹ ਹੈਗੀ ਪਾਵਨ ਦੁਨੀਆ। ਪਤਿਤ ਦੁਨੀਆ ਵਿੱਚ ਪਾਵਨ ਕੋਈ ਹੋ ਨਹੀਂ ਸਕਦਾ। ਝਾੜ ਵਿੱਚ ਵੀ ਦੇਖੋ, ਉੱਪਰ ਵੀ ਖੜੇ ਸਨ ਤਾਂ ਨੀਚੇ ਤਪੱਸਿਆ ਵਿੱਚ ਵੀ ਬੈਠੇ ਸਨ। ਇਹਨਾਂ ਦੇ ਫੀਚਰ ਸੂਖਸ਼ਮ ਵਤਨ ਦੇ ਵੀ ਵੇਖਦੇ ਸਨ, ਜਾ ਕੇ ਫਰਿਸ਼ਤਾ ਬਣਦੇ ਸਨ। ਸ਼੍ਰੀ ਕ੍ਰਿਸ਼ਨ ਇਸ ਸਮੇਂ ਸਾਂਵਰਾ ਏ। ਪਹਿਲੀ ਗੱਲ ਜਦੋਂ ਤੱਕ ਨਹੀਂ ਸਮਝੀ ਤਾਂ ਤੱਕ ਅੱਗੇ ਦੀਆਂ ਦੂਜੀਆਂ ਗੱਲਾਂ ਵੀ ਨਹੀਂ ਸਮਝ ਸਕਦੇ। ਇਸ ਲਈ ਪਹਿਲੀ ਮੁੱਖ ਗੱਲ ਬਾਪ ਜੀ ਦਾ ਪਰਿਚੈ ਜ਼ਰੂਰ ਦੇਣਾ ਏ। ਇਹ ਮਾਇਆ ਵੀ ਬੜੀ ਦੁਸ਼ਤਰ ਏ। ਨਿਸ਼ਚੈ ਨਾਲ ਲਿਖਦੇ ਨੇ, ਬਰੋਬਰ ਅਸੀਂ ਨਾਰਾਇਣ ਪਦ ਪਾਵਾਂਗੇ, ਫਿਰ ਭੁੱਲ ਜਾਂਦੇ ਨੇ। ਮਾਇਆ ਦੇ ਤੂਫਾਨ ਕਿੰਨੇ ਲੱਗਦੇ ਨੇ, ਹਿਲਾਉਂਦੇ ਰਹਿੰਦੇ ਨੇ। ਉਹ ਸਭ ਅੰਤ ਵਿੱਚ ਸਟੇਜ ਬਣੇਗੀ। ਮਾਇਆ ਰੁਸਤਮ ਨਾਲ ਰੁਸਤਮ ਹੋ ਕੇ ਲੜੇਗੀ। ਰੀੜ ਬੱਕਰੀ ਹੋਵਾਂਗੇ ਤਾਂ ਫਟ ਗਿਰ ਪਵਾਂਗੇ। ਇਸ ਲਈ ਡਰਨਾ ਨਹੀਂ ਹੈ। ਵੈਦ ਲੋਕ ਵੀ ਆਖਦੇ ਸਨ, ਪਹਿਲਾਂ ਸਾਰੀ ਬਿਮਾਰੀ ਬਾਹਰ ਨਿਕਲੇਗੀ। ਮਾਇਆ ਦੇ ਤੂਫਾਨ ਵੀ ਐਵੇਂ ਹੀ ਆਣਗੇ। ਜਦੋਂ ਤੁਸੀਂ ਪੱਕੇ ਹੋ ਜਾਓਗੇ ਫਿਰ ਮਾਇਆ ਦਾ ਪ੍ਰੈਸ਼ਰ ਵੀ ਘੱਟ ਹੋ ਜਾਵੇਗਾ। ਸਮਝਾਂਗੇ ਇਹ ਤਾਂ ਹੁਣ ਹਿੱਲਣ ਵਾਲੇ ਨਹੀਂ ਨੇ। ਬਾਬਾ ਹੀ ਆ ਕੇ ਪੱਥਰ ਬੁੱਧੀ ਤੋਂ ਪਾਰਸ ਬੁੱਧੀ ਬਣਾਉਂਦੇ ਸਨ। ਇਹ ਵੱਡੀ ਰਮਣੀਕ ਨੌਲੇਜ ਹੈ। ਭਾਰਤ ਦਾ ਪ੍ਰਾਚੀਨ ਰਾਜਯੋਗ ਵੀ ਗਾਇਆ ਜਾਂਦਾ ਹੈ, ਇਹ ਤੁਸੀਂ ਵੀ ਜਾਣਦੇ ਹੋ। ਅੱਛਾ, ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ, ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ ਹੈਗਾ, ਅਸ਼ਰੀਰੀ ਬਣ ਕੇ ਬਾਪ ਨੂੰ ਪੂਰਾ ਪੂਰਾ ਯਾਦ ਕਰਨਾ ਹੈ। ਸਵਧਰਮ ਵਿੱਚ ਸਥਿਤ ਹੋਣ ਦਾ ਅਭਿਆਸ ਵੀ ਪੂਰਾ ਕਰਨਾ ਹੈ। ਗਿਆਨ ਦੀ ਡਾਂਸ ਕਰਨੀ ਹੈ ਅਤੇ ਕਰਾਣੀ ਵੀ ਹੈ। ਮਾਇਆ ਦੇ ਤੂਫਾਨਾਂ ਤੋਂ ਕਦੇ ਵੀ ਹਿੱਲਣਾ ਨਹੀਂ, ਡਰਨਾ ਨਹੀਂ। ਪੱਕਾ ਬਣ ਕੇ ਮਾਇਆ ਦੇ ਪ੍ਰੈਸ਼ਰ ਨੂੰ ਖਤਮ ਕਰਨਾ ਹੈ। ਅੱਜ ਦਾ ਵਰਦਾਨ ਹੈਗਾ, ਬਾਪ ਨੂੰ ਆਪਣੀ ਸਾਰੀਆਂ ਜ਼ਿੰਮੇਵਾਰੀਆਂ ਦੇ ਕੇ ਸੇਵਾ ਦਾ ਖੇਡ ਕਰਨ ਵਾਲੇ ਮਾਸਟਰ ਸਰਵ ਸ਼ਕਤੀਵਾਨ ਭਵ। ਕੋਈ ਵੀ ਕਾਰਜ ਕਰਦੇ ਸਦਾ ਯਾਦ ਰੱਖੋ, ਸਰਵ ਸ਼ਕਤੀਵਾਨ ਬਾਪ ਸਾਡਾ ਸਾਥੀ ਏ। ਅਸੀਂ ਮਾਸਟਰ ਸਰਵ ਸ਼ਕਤੀਵਾਨ ਹਾਂ। ਕਿਸੇ ਵੀ ਪ੍ਰਕਾਰ ਦਾ ਭਾਰੀਪਣ ਨਾ ਹੋਵੇ। ਜਦੋਂ ਮੇਰੀ ਜ਼ਿੰਮੇਵਾਰੀ ਸਮਝਦੇ ਹੋ ਤੇ ਮੱਥਾ ਭਾਰੀ ਹੋ ਜਾਂਦਾ ਏ। ਇਸ ਲਈ ਬ੍ਰਾਹਮਣ ਜੀਵਨ ਵਿੱਚ ਆਪਣੀ ਸਾਰੀਆਂ ਜ਼ਿੰਮੇਵਾਰੀਆਂ ਬਾਪ ਜੀ ਨੂੰ ਦੇ ਦਿਓ ਤਾਂ ਸੇਵਾ ਵੀ ਇੱਕ ਖੇਡ ਅਨੁਭਵ ਹੋਵੇਗੀ। ਚਾਹੇ ਕਿੱਡਾ ਵੀ ਵੱਡਾ ਸੋਚਣ ਦਾ ਕੰਮ ਹੋਵੇ, ਅਟੈਂਸ਼ਨ ਦੇਣ ਦਾ ਕੰਮ ਹੋਵੇ, ਲੇਕਿਨ ਮਾਸਟਰ ਸਰਵ ਸ਼ਕਤੀਵਾਨ ਦੇ ਵਰਦਾਨ ਦੀ ਸਮ੍ਰਿਤੀ ਵਿੱਚ ਅਥਕ ਰਹਾਂਗੇ। ਅੱਜ ਦਾ ਸਲੋਗਨ ਹੈਗਾ, ਮੁਰਲੀ ਧਰ ਦੀ ਮੁਰਲੀ ਵਿੱਚ ਦੇਹ ਦੀ ਵੀ ਸੁੱਧ ਬੁੱਧ ਨੂੰ ਭੁੱਲ ਕੇ ਖੁਸ਼ੀ ਦੇ ਝੁੱਲੇ ਵਿੱਚ ਝੁੱਲਣ ਵਾਲੇ ਸੱਚੇ ਗੋਪ ਗੋਪੀਆਂ ਸਨ। ਮੁਰਲੀ ਧਰ ਦੀ ਮੁਰਲੀ ਵਿੱਚ ਦੇਹ ਦੀ ਵੀ ਸੁੱਧ ਬੁੱਧ ਭੁੱਲਣ ਵਾਲੇ ਖੁਸ਼ੀ ਦੇ ਝੁੱਲੇ ਵਿੱਚ ਝੁੱਲਣ ਵਾਲੇ ਹੀ ਸੱਚੇ ਗੋਪ ਗੋਪੀਆਂ ਸਨ। ਓਮ ਸ਼ਾਂਤੀ।